ਇਹ ਸਾਰਾ ਸਟੱਡੀ ਇਸ ਕਰਕੇ ਕੀਤਾ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 31ਵੀਂ 32ਵੀਂ ਜੋ ਉਹਦੇ ਵਿੱਚ ਇੱਕ ਲਾਈਨ ਲਿਖੀ ਹੋਈ ਹੈ, ਜੋ 52 ਹੁਕਮ ਹੋਏ ਸੀ ਕਿ ਆਪਾਂ ਨੂੰ ਸਾਰੇ ਧਰਮਾਂ ਦਾ ਗਿਆਨ ਲੈਣਾ ਹੈ, ਪਰ ਭਰੋਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਰੱਖਣਾ ਹੈ। ਤੇ ਉਹ 18 ਸਾਲ ਦਾ ਇੱਕ ਫਾਇਦਾ ਇਹ ਹੋਇਆ ਮੈਨੂੰ ਕਿ ਮੈਨੂੰ ਆਉਣ ਵਾਲੇ ਸਮੇਂ ਦੀ ਪੂਰੀ ਜੋ ਪ੍ਰਕਾਸ਼ ਹੈ ਉਹ ਸਭ ਕੁਝ ਸਾਨੂੰ ਸਮਝ ਆ ਗਈ, ਕਹਾਣੀ ਕਿਆ ਹੈ। ਸਿੱਖਾਂ ਦੇ ਕੋਲ ਇੰਨਾ ਗਿਆਨ ਹੈ, ਅਗਰ ਕੋਈ ਅਸਲੀ ਸਿੱਖ ਇਹਨਾਂ ਦੇ ਵਿੱਚ ਬਿਠਾ ਦਿੱਤਾ ਜਾਵੇ ਤਾਂ ਇਹਨਾਂ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਆਏਗਾ। ਉਸ ਤੋਂ ਬਾਅਦ ਹਜ਼ਰਤ ਕੁਰਾਨ ਜੀ ਨੂੰ ਸਟੱਡੀ ਕੀਤਾ ਹੈ, ਉਹਦੇ ਵਿੱਚ ਵੀ ਹਦੀਸਾਂ ਲਿਖੀਆਂ ਹੋਈਆਂ ਨੇ, ਉਹ ਸਾਰੇ ਕਿਆਮਤ ਦੇ ਦਿਨ ਲਿਖੇ ਹੋਏ ਨੇ। ਤੇ ਬਾਈਬਲ ਨੂੰ ਆਪਾਂ ਪੜਾਂਗੇ, ਉਹਦੇ ਵਿੱਚ ਵੀ ਜੋ ਆਪਣਾ ਯਹੂਨਾ ਨੇ, ਉਹ ਯਹੂਨਾ ਜੋ ਥਾ ਉਹਨੇ ਕਿਵੇਂ ਮਤਲਬ ਕਿ ਆਉਣ ਵਾਲੇ ਸਮੇਂ ਨੂੰ ਦੱਸਿਆ, ਲੋਕਾਂ ਨੂੰ ਕਿਵੇਂ ਪ੍ਰਕਾਸ਼ ਪਾਇਆ, ਉਹ ਬਾਈਬਲ 'ਚ ਲਿਖਿਆ ਹੋਇਆ ਸਾਰਾ। ਤੇ ਦਸ਼ਮ ਗ੍ਰੰਥ ਦੇ ਅੰਦਰ ਵੀ ਆਉਣ ਵਾਲਾ ਸਮਾਂ ਲਿਖਿਆ ਹੋਇਆ ਹੈ। ਜਿਹੜੀ ਹਨੀਪ੍ਰੀਤ ਹੈ, ਸਰਸਿਆ ਰਾਮ ਰਹੀਮ ਹੈ, ਉਹ ਹਨੀਪ੍ਰੀਤ ਨੂੰ ਜੀਰਕਪੁਰ ਤੋਂ ਚੁੱਕਿਆ ਸੀਗਾ ਰਸਤੇ ਤੇ ਜਾਂਦੀ ਨੂੰ, ਤੇ ਦੀਪ ਸਿੱਧੂ ਨੂੰ ਵੀ ਜੀਰਕਪੁਰ ਤੋਂ ਚੁੱਕਿਆ। ਇਹ ਦੋਹੇ ਗੱਲਾਂ ਨੂੰ ਤੁਸੀਂ ਮਿਲਾ ਕੇ ਦੇਖੋ ਨਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਹਾਂ ਰਾਜਵਿੰਦਰ ਭੁੱਲਰ। ਕਿਸਾਨੀ ਸੰਘਰਸ਼ ਇਸ ਵੇਲੇ ਚੱਲ ਰਿਹਾ, ਦਿੱਲੀ ਦੇ ਬਾਰਡਰਾਂ ਤੇ ਮੋਰਚੇ ਲੱਗੇ ਹੋਏ ਨੇ, ਕਿਸਾਨ ਵੀ ਡਟੇ ਹੋਏ। 99 ਦਿਨ ਹੋ ਗਏ ਨੇ ਲਗਾਤਾਰ ਕਿਸਾਨ ਸਿੰਘੂ ਬਾਰਡਰ ਕਹਿ ਦਈਏ, ਟਿੱਕਰੀ ਕਹਿ ਦਈਏ, ਗਾਜ਼ੀਪੁਰ ਬਾਰਡਰ ਕਹਿ ਦਈਏ, ਹਰ ਜਗ੍ਹਾ ਜਿਹੜੇ ਕਿਸਾਨ ਹੈ ਉਹ ਪਹੁੰਚਦੇ ਨੇ। ਸਾਡੇ ਨਾਲ ਇੱਕ ਅਜਿਹੇ ਜਿਹੜੇ ਖਾਲਸਾ ਜੀ ਪਹੁੰਚੇ ਨੇ, ਜਿਹੜੇ ਤਿਆਰ ਰਹਿੰਦੇ ਨੇ ਹਮੇਸ਼ਾ, ਕਿਉਂਕਿ ਇਹਨਾਂ ਦੀ ਸਪੀਚ ਜਦੋਂ ਮੋਰਚਾ ਸ਼ੁਰੂ ਹੋਇਆ ਸੀ ਸਿੰਘੂ ਬਾਰਡਰ, ਜਾਂ ਉਸ ਤੋਂ ਬਾਅਦ ਪਹਿਲਾਂ ਜਿਹੜਾ ਮੋਰਚੇ ਆਪਣੇ ਲੱਗੇ ਆ, ਇਹਨਾਂ ਦੀ ਸਪੀਚ ਬੜੀ ਵਾਇਰਲ ਹੋਈ ਸੀ। ਇਹ ਕੋਈ ਜਾਣ ਪਛਾਣ ਦੇ ਮੁਹਤਾਜ ਨਹੀਂ, ਪਰ ਫਿਰ ਵੀ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਖਾਲਸਾ ਜੀ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਵੀਰ ਪ੍ਰਵੀਰ ਸਿੰਘ ਖਾਲਸਾ ਹੈ ਜੀ। ਤੇ ਇੱਥੇ ਜੋ ਮਾਹੌਲ ਚੱਲ ਰਿਹਾ ਉਹਦੇ ਤੁਹਾਨੂੰ ਸਾਰਿਆਂ ਨੂੰ ਜਾਣੂ ਹੋ ਤੁਸੀਂ। ਇਸ ਮਾਹੌਲ ਦੇ ਅੰਦਰ ਅਸੀਂ ਹਿੱਸਾ ਲੈਣ ਵਾਸਤੇ ਇੱਥੇ ਪਹੁੰਚੇ ਹਾਂ ਜੀ। ਅੱਜ ਸਾਡਾ ਇੱਕ ਸ਼ਬਦ ਹੈ ਛੋਟਾ ਜਿਹਾ 2-3 ਮਿੰਟ ਦਾ, ਉਹ ਸਟੇਜ ਦੇ ਉੱਤੇ ਸਾਨੂੰ ਸਮਾਂ ਮਿਲਿਆ ਹੋਇਆ ਹੈ। ਤੇ ਅਸੀਂ ਪਰਸੋਂ ਇੱਥੇ ਆ ਗਏ ਸੀ, ਬਾਬਾ ਮਾਨ ਸਿੰਘ ਜੀ ਇੱਥੇ ਮਹਾਤਮਾ ਨੇ ਜਿਹੜੇ, ਨਿਹੰਗ ਸਿੰਘ ਜੀ ਨੇ, ਤੇ ਉਹਨਾਂ ਦੇ ਕੋਲ ਸਾਡਾ ਪੜਾਵ ਸੀਗਾ। ਤੇ ਹੁਣ ਇੱਥੇ ਆਏ ਆ ਤੇ ਵੇਖਦੇ ਆ ਹੁਣ ਜਿਵੇਂ ਪਰਮੇਸ਼ਵਰ ਨੂੰ, ਪਰਮਾਤਮਾ ਨੂੰ ਮਨਜ਼ੂਰ ਹੈ ਜੀ। ਤੁਸੀਂ ਹਮੇਸ਼ਾ ਤਿਆਰ ਰਹਿੰਦੇ ਹੋ, ਆਪਾਂ ਦੇਖ ਸਕਦੇ ਹਾਂ। ਤੀਰ ਤੇ ਕਮਾਨ ਤੁਹਾਡੇ ਦੇ ਕੋਲੇ ਆ, ਸ਼ਾਸਤਰ ਤੁਹਾਡੇ ਕੋਲੇ ਆ। ਨੌਜਵਾਨਾਂ ਨੂੰ ਕੀ ਜਿਹੜਾ ਮੈਸੇਜ ਦੇਣਾ ਚਾਹੁੰਦੇ ਹੋ? ਹਮੇਸ਼ਾ ਤੁਸੀਂ ਇਹ ਕਹਿੰਦੇ ਹੋ ਕਿ ਸਾਨੂੰ ਲੜਾਈ ਦੇ ਲਈ ਤਿਆਰ ਰਹਿਣਾ ਚਾਹੀਦਾ, ਕਿ ਆਉਣ ਵਾਲੇ ਸਮੇਂ ਨੂੰ ਆਪਾਂ ਮੁੱਖ ਰੱਖਦੇ ਹੋਏ ਜਿਹੜੇ ਸ਼ਾਸਤਰ ਤੁਸੀਂ ਪਹਿਨੇ ਹੋਏ? ਦੇਖੋ, ਮੈਂ ਤੁਹਾਨੂੰ ਆਪਣਾ ਇੱਕ ਪਰਸਨਲ ਐਕਸਪੀਰੀਅੰਸ ਦੱਸਣ ਲੱਗਿਆ ਵਾਂ। ਮੇਰਾ ਜਿਹੜਾ ਪਰਸਨਲ ਐਕਸਪੀਰੀਅੰਸ ਹੈ ਉਹ 18 ਸਾਲਾਂ ਦਾ ਹੈ। 18 ਸਾਲਾਂ ਦੇ ਅੰਦਰ ਮੈਂ ਵਾਹਿਗੁਰੂ ਦੀ ਕਿਰਪਾ ਸਦਕਾ ਅਸੀਂ 18 ਪੁਰਾਣਾਂ ਨੂੰ ਸਟੱਡੀ ਕੀਤਾ ਹੈ। 4 ਵੇਦਾਂ ਨੂੰ, ਰਿਗ ਵੇਦ, ਅਥਰਵਾ ਵੇਦ, ਸ਼ਾਮ ਵੇਦ, ਯਜੁਰ ਵੇਦ, 18 ਪੁਰਾਣ ਹੋ ਗਏ ਨੇ। ਵਿਸ਼ਨੂੰ ਪੁਰਾਣ, ਬ੍ਰਹਮ ਪੁਰਾਣ, ਵਾਯੂ ਪੁਰਾਣ, ਅਗਨੀ ਪੁਰਾਣ ਇਤਿਆਦਿ, ਬ੍ਰਹਮੰਡ ਪੁਰਾਣ, ਭਵਿਸ਼ ਪੁਰਾਣ, ਇਹ 18 ਪੁਰਾਣ ਨੇ। 6 ਸ਼ਾਸਤਰ ਹੋ ਗਏ, ਨੀਤੀ ਸ਼ਾਸਤਰ, वेदांत शास्त्र, योग शास्त्र, 108 उपनिषद हो गए ने जी, ईश उपनिषद हो गया, मांडुक्य उपनिषद हो गया। ये सारा स्टडी इस करके किया कि सानू गुरु गोबिंद सिंह महाराज ने 31ਵੀਂ 32ਵੀਂ जो ਉਹਦੇ ਵਿੱਚ ਇੱਕ ਲਾਈਨ ਲਿਖੀ ਹੋਈ ਹੈ, ਜੋ 52 ਹੁਕਮ ਹੋਏ ਸੀ ਕਿ ਆਪਾਂ ਨੂੰ ਸਾਰੇ ਧਰਮਾਂ ਦਾ ਗਿਆਨ ਲੈਣਾ ਹੈ, ਪਰ ਭਰੋਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਰੱਖਣਾ ਹੈ। ਮੈਂ ਤਾਂ ਉਸ ਗੱਲ ਦੇ ਉੱਪਰ ਸਿਰਫ ਥੋੜਾ ਉਹ ਜੋ ਬਾਣੀ, ਜੋ ਇੱਕ ਗੱਲ ਲਿਖੀ ਗਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਆਰਾ, ਉਹਨੂੰ ਅਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੱਲ ਬੜੀ ਛੋਟੀ ਜੀ ਹੈ, ਪਰ ਉਹ ਗੱਲ ਨੂੰ ਕਮਾਉਣ ਲਈ ਮੈਨੂੰ 18 ਸਾਲ ਲੱਗ ਗਏ। ਤੇ ਉਹ 18 ਸਾਲ ਦਾ ਇੱਕ ਫਾਇਦਾ ਇਹ ਹੋਇਆ ਮੈਨੂੰ ਕਿ ਮੈਨੂੰ ਆਉਣ ਵਾਲੇ ਸਮੇਂ ਦੀ ਪੂਰੀ ਜੋ ਪ੍ਰਕਾਸ਼ ਹੈ ਉਹ ਸਭ ਕੁਝ ਸਾਨੂੰ ਸਮਝ ਆ ਗਈ, ਕਹਾਣੀ ਕਿਆ ਹੈ। ਹੁਣ ਆਹ 3 ਬਿੱਲ ਨੇ ਜਿਹੜੇ, ਇਹ 3 ਬਿੱਲ ਤਾਂ ਇੱਕ ਡੈਮੋਸਟ੍ਰੇਸ਼ਨ ਹੈ। ਇੱਥੇ ਅੱਗੇ ਬਹੁਤ ਕੁਝ ਪਿਆ। ਲੈਂਡ ਨੂੰ ਕਿਵੇਂ ਐਕਵਾਇਰ ਕਰਨਗੇ, ਕਿਵੇਂ ਕਬਜ਼ਾ ਕਰਨਗੇ, ਕਿਵੇਂ ਉਰੇ ਸਾਰੇ ਪੰਜਾਬ ਨੂੰ ਉਰੇ ਬੁਲਾ ਲਿੱਤਾ ਦਿੱਲੀ ਪਿੱਛੋਂ, ਕਿਵੇਂ ਇਹ ਫੋਰਸ ਬੁਲਾ ਕੇ ਜਾਂ RSS ਦੇ ਬੰਦੇ ਨੂੰ ਬੁਲਾ ਕੇ ਜਾਂ ਹੋਰ ਨਕਲੀ ਪੁਲਿਸ ਬੁਲਾ ਕੇ, ਨਕਲੀ ਆਰਮੀ ਬਣਾ ਕੇ ਉਹ ਉੱਥੇ ਹਾਇਰ ਕਰ ਸਕਦੇ ਆ। ਉੱਥੇ AK-47 ਲੈ ਕੇ ਤੁਹਾਡੇ ਕੋਲ ਖੜ ਜਾਣਗੇ, ਉਹ ਕਹਿਣਗੇ ਅਸੀਂ ਕਬਜ਼ਾ ਕਰ ਲਿੱਤਾ। ਜਿਵੇਂ ਉੱਤਰਾਖੰਡ ਜਾਂ ਝਾਰਖੰਡ ਤੁਸੀਂ ਦੇਖੀ ਨਿਊਜ਼ ਆਈ ਹੈ, ਵਾਇਰਲ ਹੋਈ ਹੈ। ਤੇ ਇਹ ਜੋ ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਵਾ ਕਿ ਆਉਣ ਵਾਲਾ ਸਮਾਂ ਬੜਾ ਮਾੜਾ ਹੈ। ਤੁਹਾਨੂੰ 18 ਸਾਲ ਲਗਾਉਣ ਦੀ ਜ਼ਰੂਰਤ ਨਹੀਂ ਹੈ। ਕੋਈ ਵਿਦਵਾਨ ਹੈ, ਕੋਈ ਜਿਵੇਂ ਕਿ ਸ਼੍ਰੀ ਆਪਣਾ ਰਵੀ ਸ਼ੰਕਰ ਜੀ ਹੋ ਗਏ ਆ, ਆਪਣਾ ਜੱਗੀ ਜੀ ਹੋ ਗਏ ਨੇ, ਜੱਗੀ ਜੀ ਜਿਹੜੇ ਹੋਣੇ ਓਸ਼ੋ ਦੇ ਜਿਹੜੇ ਬ੍ਰਾਂਚਿਸ ਨੇ ਉਹ ਹੋ ਗਈਆਂ। ਇੱਕ ਮੁਸਲਮਾਨਾਂ ਦੇ ਵਿੱਚ, ਮੁਸਲਮਾਨ ਵੀਰਾਂ ਵਿੱਚ ਇੱਕ ਆਪਣਾ ਡਾਕਟਰ ਜ਼ਾਕਰ ਨਾਇਕ ਹੋ ਗਏ ਨੇ, ਬਾਬਾ ਰਾਮਦੇਵ ਜੀ ਹੋ ਗਏ। ਇਹਨਾਂ ਕੋਲ ਪਹਿਰਾਵਾ ਹੈ ਸਿਰਫ। ਸਿੱਖਾਂ ਦੇ ਕੋਲ ਇੰਨਾ ਗਿਆਨ ਹੈ, ਅਗਰ ਕੋਈ ਅਸਲੀ ਸਿੱਖ ਇਹਨਾਂ ਦੇ ਵਿੱਚ ਬਿਠਾ ਦਿੱਤਾ ਜਾਵੇ ਤਾਂ ਇਹਨਾਂ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਆਏਗਾ। ਹੁਣ ਕਿਉਂਕਿ ਅਸੀਂ ਸਟੱਡੀ ਕੀਤਾ ਹੈ, 4 ਵੇਦਾਂ ਨੂੰ ਸਟੱਡੀ ਕੀਤਾ ਹੈ,
ਉਸ ਤੋਂ ਬਾਅਦ ਹਜ਼ਰਤ ਕੁਰਾਨ ਜੀ ਨੂੰ ਸਟੱਡੀ ਕੀਤਾ ਹੈ, ਉਹਦੇ ਵਿੱਚ ਵੀ ਹਦੀਸਾਂ ਲਿਖੀਆਂ ਹੋਈਆਂ ਨੇ, ਉਹ ਸਾਰੇ ਕਿਆਮਤ ਦੇ ਦਿਨ ਲਿਖੇ ਹੋਏ ਨੇ। ਤੇ ਬਾਈਬਲ ਨੂੰ ਆਪਾਂ ਪੜਾਂਗੇ, ਉਹਦੇ ਵਿੱਚ ਵੀ ਜੋ ਆਪਣਾ ਯਹੂਨਾ ਨੇ, ਉਹ ਯਹੂਨਾ ਜੋ ਥਾ ਉਹਨੇ ਕਿਵੇਂ ਮਤਲਬ ਕਿ ਆਉਣ ਵਾਲੇ ਸਮੇਂ ਨੂੰ ਦੱਸਿਆ, ਲੋਕਾਂ ਨੂੰ ਕਿਵੇਂ ਪ੍ਰਕਾਸ਼ ਪਾਇਆ, ਉਹ ਬਾਈਬਲ 'ਚ ਲਿਖਿਆ ਹੋਇਆ ਸਾਰਾ। ਤੇ ਦਸ਼ਮ ਗ੍ਰੰਥ ਦੇ ਅੰਦਰ ਵੀ ਆਉਣ ਵਾਲਾ ਸਮਾਂ ਲਿਖਿਆ ਹੋਇਆ ਹੈ। ਬਿਲਕੁਲ ਵੀਰ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਪਰ ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਉਦੋਂ ਵੀ ਜਿਹੜੇ ਆ ਇਦਾਂ ਦੀਆਂ ਨੀਤੀਆਂ ਸਰਕਾਰ ਵੱਲੋਂ, ਰਾਜਿਆਂ ਵੱਲੋਂ ਜਿਹੜੀਆਂ ਆਮ ਜਨਤਾ ਦੇ ਲਈ ਜਿਹੜੀਆਂ ਲਿਆਂਦੀਆਂ ਜਾਂਦੀਆਂ ਸੀ। ਉਦੋਂ ਜ਼ਬਰ ਦਾ ਮੁਕਾਬਲਾ ਉਦੋਂ ਤੋਂ ਜਿਹੜੇ ਆ ਆਪਾਂ ਕਹਿ ਦਈਏ ਪੰਜਾਬੀ ਕਰਦੇ ਆ ਰਹੇ, ਕਿਉਂਕਿ ਜਦੋਂ ਕਹਿੰਦੇ ਆ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਕੀ ਸੋਚਦੇ ਹੋ ਕਿ ਆਪਣੀ ਪੀੜ੍ਹੀ ਇਹ ਮੁਹਿੰਮਾਂ ਦੇਖਦੀ ਲੰਘੀ, ਸਾਡੇ ਬਜ਼ੁਰਗ ਲੰਘੇ, ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਇਹ ਵੀ ਇਦਾਂ ਹੀ ਜਿਹੜੀ ਹੈ ਜ਼ੁਲਮ ਆ ਜਿਹੜੀ ਉਹ ਸਹਾਰਦੀ ਰਹੂਗੀ, ਸਰਕਾਰਾਂ ਦੇ ਜ਼ੁਲਮ ਸਹਾਰਦੀ ਰਹੂਗੀ, ਜਾਂ ਆਪਾਂ ਕਹਿ ਦਈਏ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਜਿਹੜਾ ਦੇਸ਼ ਹੈ ਉਹ ਕਦੋਂ ਬਣ ਸਕਦਾ? ਦੇਖੋ, ਅਗਰ ਆਪਾਂ ਭਗਤ ਸਿੰਘ ਜੀ ਬਹੁਤ ਮਹਾਨ ਹਸਤੀ ਹੋਏ ਨੇ, ਪਰ ਅਸੀਂ ਭਗਤ ਸਿੰਘ ਜੀ ਦਾ ਇੱਕ ਜੀਵਨ ਪੜਾਂਗੇ, ਉਹ ਜਿਹੜਾ ਉਹਨਾਂ ਦਾ ਜੀਵਨ ਸੀਗਾ ਉਹ ਸ਼ਹੀਦ ਸੀਗੇ ਤੇ ਉਹਨਾਂ ਦਾ ਕ੍ਰਾਂਤੀਕਾਰੀ ਜੀਵਨ ਸੀ, ਜੋਸ਼ੀਲਾ ਜੀਵਨ ਸੀ। ਪਰ ਉਹਨਾਂ 'ਚ ਇੱਕ ਸਿੰਘਾ, ਇੱਕ ਜਿਹੜੇ ਖਾਲਸਾ ਹੁੰਦਾ ਨਾ, ਖਾਲਸੇ ਤੇ ਜਿਹੜੇ ਕ੍ਰਾਂਤੀਕਾਰੀ ਨੇ ਥੋੜਾ ਜਿਹਾ ਇੱਕ ਫਰਕ ਹੁੰਦਾ ਹੈ। ਹੁਣ ਭਗਤ ਸਿੰਘ ਜੀ ਜਿਹੜੇ ਸੀਗੇ ਉਹ 100 ਬੰਦੇ ਨਾਲ ਲੜ ਸਕਦੇ ਸੀਗੇ, 10 ਨਾਲ ਲੜ ਸਕਦੇ ਸੀਗੇ, ਵੱਧ ਤੋਂ ਵੱਧ 1000 ਨਾਲ ਲੜ ਸਕਦੇ ਸੀਗੇ। ਉਹਨਾਂ ਦੇ ਪਿੱਛੇ ਸਿਰਫ ਉਹਨਾਂ ਦਾ ਇੱਕ ਜੋਸ਼ ਸੀ, ਇੱਕ ਆਤਮ ਵਿਸ਼ਵਾਸ ਸੀਗਾ, ਇੱਕ ਸਹੀ ਨੀਤੀ ਸੀਗੀ। ਹੁਣ ਜਿਹੜਾ ਖਾਲਸਾ ਹੈ, ਖਾਲਸੇ ਕੋਲ ਵਾਹਿਗੁਰੂ ਜਾਂ ਉਹ ਕਹਿ ਲਓ ਕਿ ਦਸ਼ਮ ਗ੍ਰੰਥ ਦੀ ਬਾਣੀ ਕਹਿ ਲਓ ਜਾਂ ਭਗਤੀ ਕਹਿ ਲਓ ਜਾਂ ਵੀਰ ਰਸ ਕਹਿ ਲਓ। ਹੁਣ 552 ਸਾਲਾਂ ਦੇ ਅੰਦਰ ਕੋਈ ਇੱਕ ਇਨਸਾਨ ਦਿਖਾ ਦਿਓ ਜਿਹਨੇ ਧਰਨਾ ਲਾਇਆ ਹੋਵੇ, ਕੋਈ ਇੱਕ ਇਨਸਾਨ ਦਿਖਾ ਦਿਓ, ਕੋਈ ਇੱਕ ਸਿੰਘ ਦਿਖਾ ਦਿਓ, ਕੋਈ ਜਥੇਦਾਰ ਦਿਖਾ ਦਿਓ, ਕੋਈ ਵੀ ਐਸਾ ਇਨਸਾਨ ਦਿਖਾ ਦਿਓ ਜਿਹਨੇ ਧਰਨਾ ਲਾ ਕੇ ਸਰਕਾਰ ਦਾ ਮੁਜ਼ਾਹਰਾ ਕੀਤਾ ਹੋਵੇ। ਉਹਨਾਂ ਨੇ ਸਭ ਤੋਂ ਪਹਿਲਾਂ ਧਰਨਾ ਨਹੀਂ ਲਾਇਆ, ਉਹਨਾਂ ਨੇ ਗੁਰਬਾਣੀ ਦਾ ਜਾਪ ਕੀਤਾ ਤੇ ਸ਼ਸਤਰਾਂ ਦੇ ਨਾਲ ਜੋ ਹੈ ਰਾਜ ਲਿੱਤਾ ਹੈ। ਤੁਸੀਂ ਜੋ ਮਰਜ਼ੀ ਕਰ ਲਓ, ਅਖੀਰ ਜਿਹੜਾ ਹੈ ਤੁਹਾਨੂੰ ਸ਼ਸਤਰ ਹੀ ਚੁੱਕਣਾ ਪੈਣਾ ਹੈ। ਅਖੀਰ ਸ਼ਸਤਰ ਚੁੱਕਣਾ ਪੈਣਾ। ਨੌਜਵਾਨ ਹੋ ਤੁਸੀਂ ਵੀ, 26 ਜਨਵਰੀ ਨੂੰ ਘਟਨਾ ਘਟੀ, ਉਸ ਤੋਂ ਬਾਅਦ ਇੱਕ ਨਿਰਾਸ਼ਤਾ ਨੌਜਵਾਨਾਂ ਦੇ ਵਿੱਚ ਆਈ, ਤੁਸੀਂ ਉਹ ਘਟਨਾ ਨੂੰ ਕਿਵੇਂ ਦੇਖਦੇ ਹੋ? ਕੀ ਸਹੀ ਹੋਇਆ ਕਿ ਗਲਤ ਹੋਇਆ? ਦੇਖੋ, ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਣਾ ਚਾਹੁੰਦਾ ਵਾਂ, ਇਹ ਸਭ ਰਾਜਨੀਤਿਕ ਹੈ, ਡੈਮੋਕ੍ਰੇਸੀ ਹੈ ਸਾਰੀ। ਹੁਣ ਦੇਖੋ, ਮੈਂ ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸਾਂਗਾ, ਸ਼ਾਇਦ ਮੇਰੇ ਨਾਲ ਫੈਮਿਲੀ ਬੱਚੇ ਛੋਟੇ ਛੋਟੇ ਆਏ ਹੋਏ ਨੇ, ਅਗਰ ਮੈਂ ਜ਼ਿਆਦਾ ਬੋਲਾਂਗਾ ਸ਼ਾਇਦ ਮੈਨੂੰ ਵੀ ਹਾਈਜੈਕ ਕਰ ਲਿੱਤਾ ਜਾਏਗਾ। ਪਰ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਤੁਹਾਡਾ ਆਪਣਾ ਮਾਈਂਡ ਤੁਸੀਂ ਯੂਜ਼ ਕਰਿਓ। ਜਿਹੜਾ ਇਹ ਦਿੱਲੀ ਪੁਲਿਸ ਹੈ, ਦਿੱਲੀ ਕ੍ਰਾਈਮ ਬ੍ਰਾਂਚ ਹੈ, ਇਹਨਾਂ ਨੇ ਜਿਹੜੀ ਹਨੀਪ੍ਰੀਤ ਹੈ, ਸਰਸਿਆ ਰਾਮ ਰਹੀਮ ਹੈ, ਉਹ ਹਨੀਪ੍ਰੀਤ ਨੂੰ ਜੀਰਕਪੁਰ ਤੋਂ ਚੁੱਕਿਆ ਸੀਗਾ ਰਸਤੇ ਤੇ ਜਾਂਦੀ ਨੂੰ, ਤੇ ਦੀਪ ਸਿੱਧੂ ਨੂੰ ਵੀ ਜੀਰਕਪੁਰ ਤੋਂ ਚੁੱਕਿਆ। ਇਹ ਦੋਹੇ ਗੱਲਾਂ ਨੂੰ ਤੁਸੀਂ ਮਿਲਾ ਕੇ ਦੇਖੋ ਨਾ ਕਿ ਇਹ ਕਿੱਥੇ ਮਿਲਦੀਆਂ ਨੇ। ਤੇ ਇਹ ਜ਼ਿਆਦਾ ਮੈਂ ਬੋਲਾਂਗਾ ਫਿਰ ਮੇਰੇ ਪਿੱਛੇ ਪੈ ਜਾਣਗੇ ਸਾਰੇ। ਸੋ ਇਸ ਕਰਕੇ ਮੈਂ ਤਾਂ ਸਿਰਫ ਇਹ ਗੱਲ ਕਹਿਣਾ ਚਾਹੁੰਦਾ ਕਿ ਪਹਿਲਾਂ ਅਸੀਂ ਜੋ ਆਪਣੇ ਬਜ਼ੁਰਗ ਨੇ, ਰਾਜੇਵਾਲ ਜੀ ਨੇ, ਜੋ ਆਪਣੇ 31 ਜਥੇਬੰਦੀਆਂ ਬਣੀਆਂ ਹੋਈਆਂ ਨੇ, ਪਹਿਲਾਂ ਇਹਨਾਂ ਦੇ ਜੋ ਇਹ ਕਰ ਰਹੇ ਨੇ ਇਹਨਾਂ ਨੂੰ ਆਪਾਂ ਦੇਖਣਾ ਹੈ, ਇਹਨਾਂ ਦੇ ਨਾਲ ਚੱਲਣਾ ਹੈ। ਤੁਹਾਡਾ ਕਹਿਣ ਦਾ ਮਤਲਬ ਵੀ ਉਦੋਂ ਵੀ ਸਰਕਾਰ ਦੀ ਉਹ ਨੀਤੀ ਸੀ ਤੇ ਹੁਣ ਵੀ ਸਰਕਾਰ ਦੀ ਇਹ ਨੀਤੀ, ਯਾਨੀ ਕਿ ਮੰਨਦੇ ਹੋ ਕਿ ਉਦੋਂ ਵੀ ਜਿਹੜਾ ਕੁਝ ਹੋਇਆ, ਕਿਉਂਕਿ ਜੇ ਆਪਾਂ ਜੀਰਕਪੁਰ ਦੀ ਘਟਨਾ ਦੀ ਗੱਲ ਕੀਤੀ ਕਿ ਉੱਥੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ, ਹੁਣ ਦੀਪ ਸਿੱਧੂ ਨੂੰ ਵੀ ਗ੍ਰਿਫਤਾਰ ਕੀਤਾ, ਪਰ ਪੰਜਾਬ ਦੇ ਵਿੱਚ ਵੀ ਹਜੇ ਵੀ ਨੌਜਵਾਨਾਂ ਵੱਲੋਂ ਵੱਡੇ ਇਕੱਠ ਕੀਤੇ ਜਾ ਰਹੇ ਆ। ਜੇ ਲੱਖੇ ਸਿਧਾਣੇ ਦੀ ਗੱਲ ਕਰੀਏ, ਮੈਂ ਇਹ ਸਵਾਲ ਤਾਂ ਕਰ ਰਿਹਾ ਕਿਉਂਕਿ ਤੁਸੀਂ ਨੌਜਵਾਨ ਹੋ, ਉਹਨਾਂ ਨੂੰ ਕਿਵੇਂ ਦੇਖਦੇ ਹੋ, ਉਹ ਇਕੱਠਾਂ ਨੂੰ ਕਿਵੇਂ ਦੇਖਦੇ ਹੋ? ਉਹ ਜਿਹੜਾ ਇਕੱਠ ਹੈ ਉਹ ਇੱਕ ਇਹ ਕਹਿ ਸਕਦੇ ਹੋ ਕਿ ਉਹ ਜਿਹੜਾ ਇਕੱਠ ਹੈ ਉਹਨਾਂ ਦੇ ਪਿੱਛੇ ਬੇਸ ਨਹੀਂ ਹੈ, ਉਹ ਇੱਕ ਜੋਸ਼ ਵਿੱਚ ਹੋਸ਼ ਖੋ ਰਹੇ ਨੇ ਸਾਰੇ। ਸਾਨੂੰ ਦੇਖੋ, ਹੁਣ ਕਣਕ ਹੈ, ਜਿਹੜੀ ਕਣਕ ਹੈ ਕੱਚੀ ਤਾਂ ਨਹੀਂ ਆਪਾਂ ਤੋੜ ਸਕਦੇ, ਕਣਕ ਜਦੋਂ ਪੱਕੇਗੀ ਫਿਰ ਹੀ ਤੋੜੀ ਜਾਏਗੀ। ਹੁਣ ਜਿਹੜੇ ਬਜ਼ੁਰਗ ਆਗੂ ਨੇ, ਇਹਨਾਂ ਦੀ ਜਿਹੜੀਆਂ ਦਾੜੀਆਂ ਨੇ, ਇਹਨਾਂ ਦਾ ਜਿਹੜਾ ਜੀਵਨ ਹੈ ਸੰਘਰਸ਼ ਵਿੱਚ ਨਿਕਲਿਆ ਹੈ। ਅੱਜ ਚਲੋ 24 ਨਾ ਪਰ ਐਲੀਗੇਸ਼ਨ ਲਗਾਏ ਜਾ ਰਹੇ ਨੇ, ਚਲੋ ਉਹ ਜਦੋਂ ਸਮਾਂ ਆਏਗਾ ਉਹ ਕਲੀਅਰ ਹੋ ਜਾਣਗੇ, ਕਿਉਂਕਿ ਇਹ ਦੁਨੀਆ ਹੈ, ਇੱਥੇ ਕੋਈ ਛੁਪ ਨਹੀਂ ਸਕਦਾ। ਚੋਰੀ ਯਾਰੀ ਕਤਲ ਕਦੇ ਨਹੀਂ ਲੁਕਦਾ। ਹੁਣ ਜਿਹੜੇ ਹੁਣ ਪੁਰਾਣੇ 84 ਦੇ ਦੰਗੇ ਸੀ ਉਹ ਵੀ ਸਾਹਮਣੇ ਆ ਗਏ, ਕਿਹਨਾਂ ਨੇ ਕੀਤੇ ਸੀ। ਉਸੇ ਤਰੀਕੇ ਨਾਲ ਇਹ ਅਗਰ ਕੋਈ ਸ਼ੈਤਾਨੀ ਕਰਦੇ ਨੇ ਸਾਡੇ ਆਗੂ ਤਾਂ ਉਹ ਬਿਲਕੁਲ ਸਾਹਮਣੇ ਆਣਗੇ। ਬਾਕੀ ਜੋ ਨੌਜਵਾਨ ਹੈ, ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਹੈ ਨਾ, ਉਹ ਗੁਰਬਾਣੀ ਨਾਲ ਤੇ ਇਤਿਹਾਸ ਨਾਲ ਜੁੜਨਾ ਚਾਹੀਦਾ। ਹੁਣ ਲੱਖੇ ਸਿਧਾਣੇ ਦੀ ਗੱਲ ਕਰਾਂ, ਲੱਖੇ ਸਿਧਾਣੇ ਦੇ ਖੁਦ ਦੇ ਬਿਆਨ ਹੈ, ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰਫ ਇੱਕ ਰਮਾਲਾ ਚੜਾਓ ਸਾਲ ਦੇ ਅੰਦਰ ਇੱਕ ਵਾਰੀ। ਹੁਣ ਅਸੀਂ ਉਹਦੇ ਪਿੱਛੇ ਕਿੱਦੇ ਲੱਗ ਜਾਾਂਗੇ? ਉਹ ਤਾਂ ਕੱਲ ਨੂੰ ਜੇਕਰ ਲੀਡਰ ਬਣ ਵੀ ਜਾਂਦਾ ਤਾਂ ਸਭ ਤੋਂ ਪਹਿਲਾਂ ਇਹ ਆਰਡਰ ਪਾਸ ਕਰੇਗਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੱਕ ਰਮਾਲਾ ਚੜਾਉਣਾ ਜੀ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਪਰ ਸਾਡੇ ਜਿਹੜੇ ਕਿਸਾਨ ਨੇਤਾ ਨੇ, ਰਾਜੇਵਾਲ ਸਾਹਿਬ ਨੇ ਤਾਂ ਸਟਾਰਟਿੰਗ ਦੇ ਵਿੱਚ ਇਹ ਵੀ ਕਿਹਾ ਸੀ ਕਿ ਕੇਸਰੀ ਝੰਡੇ ਇੱਥੋਂ ਲਾਹ ਦਿੱਤੇ ਜਾਣ, ਸਾਨੂੰ ਨਿੰਗਾਂ ਦੀ ਲੋੜ ਨਹੀਂ, ਸਾਨੂੰ ਖਾਲਸਿਆਂ ਦੀ ਲੋੜ ਨਹੀਂ। ਉਹ ਤੇ ਕੀ ਕਹਿਣਾ ਚਾਹੁੰਦੇ? ਮੈਂ ਇੱਕ ਸੱਚ ਬੋਲਾਂਗਾ, ਥੋੜਾ ਜਿਹਾ ਕੋੜਾ ਹੈ। 552 ਸਾਲਾਂ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਅਗਰ ਕਿਸੇ ਨੇ ਪੈਰਾਂ 'ਚ ਲੈ ਕੇ ਰੋਲਿਆ ਨਾ ਤਾਂ ਗੁਸਾਖੀ ਮਾਫ। ਉਹਦੇ ਅੰਦਰ ਇੱਕ ਦਾਤੀ ਤੇ ਥੋੜੇ ਦਾ ਜਿਹੜਾ ਝੰਡਾ ਹੈ, ਉਹਦੇ ਕਰਕੇ ਨਿਸ਼ਾਨ ਸਾਹਿਬ ਨੂੰ ਇੱਕ ਬਦਨਾਮੀ ਮਿਲੀ ਹੈ। ਤੋ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਸਨਾਤਨ ਧਰਮ ਦਾ ਰੰਗ ਜਿਹੜਾ ਹੈਗਾ ਆ ਉਹ ਹੈ ਕੇਸਰੀ, ਤੇ ਜਿਹੜਾ ਇੱਕ ਖੰਡਾ ਉਹਦੇ ਪਰ ਛਪਿਆ ਹੋਇਆ ਹੈ ਉਹ ਛਤਰੀ ਦੀ ਪਛਾਣ ਹੈ। ਤੇ ਜਿਹੜੇ ਜਿੰਨੇ ਵੀ ਧਰਮ ਨੇ ਇਹ ਸਨਾਤਨ ਧਰਮ ਤੋਂ ਨਿਕਲੇ ਨੇ।
ਤੇ ਇਹ ਪੁਰਾਤਨ ਧਰਮ ਨੇ ਸਾਰੇ। ਜੋ ਨਿਸ਼ਾਨ ਸਾਹਿਬ ਹੈ, ਉਦੋਂ ਨਿਸ਼ਾਨ ਸਾਹਿਬ ਕਿੱਥੇ ਸੀਗਾ ਜਦੋਂ ਕਰੋਨਾ ਵਾਇਰਸ ਸੀਗਾ? ਉਦੋਂ ਹੋਰ ਕੋਈ ਝੰਡਾ ਸੀਗਾ? ਨਾ ਕੋਈ ਹਰਾ, ਨਾ ਕੋਈ ਪੀਲਾ, ਨਾ ਕੋਈ ਗੁਲਾਬੀ। ਉਹ ਤਾਂ ਸਿਰਫ ਨਿਸ਼ਾਨ ਸਾਹਿਬ ਜਿੱਥੇ ਦਿਖਦਾ ਸੀ ਨਾ, ਦੁਨੀਆ ਉੱਥੇ ਨੂੰ ਭੱਜਦੀ ਸੀ, ਕਿਉਂਕਿ ਜਿਹੜੇ ਨਿਸ਼ਾਨ ਸਾਹਿਬ ਹੈ ਨਾ, ਉਹ ਭੁੱਖਿਆਂ ਦੀ ਭੁੱਖ ਮਿਟਾਉਂਦਾ ਹੈ। ਤੇ ਹੋਰ ਕੋਈ ਝੰਡਾ ਭੁੱਖਿਆਂ ਦੀ ਭੁੱਖ ਨਹੀਂ ਮਿਟਾ ਸਕਦਾ। ਹੋਰ ਕਿਸੇ ਦੇ ਝੰਡੇ ਦੀ ਆਪਾਂ ਗਰੰਟੀ ਨਹੀਂ ਚੱਕ ਸਕਦੇ, ਕਿਉਂਕਿ ਇਹਦੇ ਕੋਲ ਨਿਸ਼ਾਨ ਸਾਹਿਬ ਕੋਲ 552 ਸਾਲ ਦਾ ਆਪਣਾ ਇਤਿਹਾਸ ਹੈ। ਇਹ ਕੁਰਬਾਨੀਆਂ ਦਾ ਇਤਿਹਾਸ ਹੈ। ਕਿਵੇਂ ਵੇਖਦੇ ਹੋ ਖਾਲਸਾ ਜੀ? ਨੌਜਵਾਨ ਕਹਿੰਦੇ ਨੇ, ਕਿਸਾਨ ਕਹਿੰਦੇ ਨੇ ਕਿ ਅੰਦੋਲਨ ਵਿੱਚ ਖੜੋਤ ਜੀ ਆ ਗਈ, ਕੋਈ ਐਕਸ਼ਨ ਪਲਾਨ ਨਹੀਂ ਦਿੱਤੇ ਜਾ ਰਹੇ। ਕੀ ਕਹਿਣਾ ਚਾਹੁੰਦੇ ਹੋ? ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਦਰਸ਼ਕ ਬੈਠੇ ਦੇਖ ਰਹੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਸਾਰੇ ਵੀਰਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ, ਜੋ ਜਿਹੜੇ ਵੀ ਮੈਨੂੰ ਸੁਣਨਗੇ, ਤੁਸੀਂ ਸਭ ਤੋਂ ਪਹਿਲਾਂ ਸਾਨੂੰ ਸਾਇੰਸ ਨੇ ਇਸ ਗੱਲ ਤੋਂ ਤੋੜਿਆ ਗਿਆ ਕਿ ਡੀਪਲੀ ਨਹੀਂ ਜਾਣਾ। ਆਪਾਂ ਇੱਥੇ ਜਾ ਕੇ ਗਲਤੀ ਕਰ ਚੁੱਕੇ। ਜੋ ਸਾਡੀ ਸਟੱਡੀ ਹੈ, ਸਟੱਡੀ ਦੇ ਅੰਦਰ ਵੀ ਸਾਨੂੰ ਡਿਵਾਈਡ ਐਂਡ ਰੂਲ ਸਿਖਾਇਆ ਗਿਆ। ਮੁਹੱਲੇ ਦੇ ਅੰਦਰ ਡਿਵਾਈਡ ਐਂਡ ਰੂਲ, ਸਾਡੇ ਕੱਪੜੇ ਦੇ ਡਿਵਾਈਡ ਐਂਡ ਰੂਲ। ਅੱਜ ਜੋ ਤੁਸੀਂ ਡਰੈਸ ਪਾਈ ਹੋਈ ਹੈ ਸਾਰੀ ਵੈਸਟਰਨ ਹੈ। ਸਾਡੇ ਉੱਪਰ 90% ਵੈਸਟਰਨ ਚੀਜ਼ਾਂ ਆਪਾਂ ਇਸਤੇਮਾਲ ਕਰਨ ਲੱਗੇ ਆ। ਅਸੀਂ ਆਪਣੇ ਸੰਸਕਾਰ ਨੂੰ, ਆਪਾਂ ਆਪਣੇ ਪ੍ਰਿੰਸੀਪਲ ਨੂੰ, ਆਪਣੇ ਜੋ ਸਾਡਾ ਆਪਣਾ ਇੱਕ ਸਿਧਾਂਤ ਹੈ ਉਹਨੂੰ ਭੁੱਲ ਚੁੱਕੇ ਆ। ਅਸੀਂ ਉਹਨੂੰ ਭੁੱਲਣ ਕਰਕੇ ਅੱਜ ਤਾਂ ਠੋਕਰਾਂ ਖਾ ਰਹੇ ਹਾਂ। ਅਗਰ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਿਲਾਸਫੀ ਨਾਲ ਚੱਲਾਂਗੇ ਤਾਂ ਅਸੀਂ ਕਦੇ, ਸਾਡਾ ਰਾਜ ਤਾਂ ਕੱਲ ਵੀ ਸੀ, ਅੱਜ ਵੀ ਸਾਡਾ ਰਾਜ ਹੈ। ਤੇ ਨੌਜਵਾਨਾਂ ਨੂੰ ਚਾਹੀਦਾ ਆ ਉਹ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜਨ, ਇਤਿਹਾਸ ਨਾਲ ਜੁੜਨ। ਇਹ ਜਿਹੜੇ ਛੋਟੇ ਮੋਟੇ ਮੋਰਚੇ ਜ਼ਿਆਦਾ ਵੱਡੀ ਗੱਲ ਨਹੀਂ ਹੈ। ਇੱਥੇ ਤਾਂ ਔਰੰਗਜ਼ੇਬ ਨਹੀਂ ਟਿਕਿਆ ਵਿਚਾਰਾ, ਮੋਦੀ ਦਾ ਕੀ, ਉਹ ਤਾਂ ਬਹੁਤ ਛੋਟਾ ਇੱਕ ਛੋਟੀ ਹਸਤੀ ਹੈ ਮੋਦੀ, ਕੋਈ ਬਹੁਤ ਜ਼ਿਆਦਾ ਵੱਡੀ ਹਸਤੀ ਨਹੀਂ। ਹੁਣ ਮੋਦੀ ਬਾਰੇ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਮੋਦੀ ਨੂੰ ਅਗਰ ਅੱਜ ਆਪਾਂ ਕਹਿ ਰਹੇ ਨੇ ਕਿ ਮੋਦੀ ਮੁਰਦਾਬਾਦ, ਮੋਦੀ ਮੁਰਦਾਬਾਦ, ਕੋਈ ਚੋਰ ਹੈ ਉਹਨੂੰ ਆਪਾਂ, ਉਸਨੇ ਚੋਰੀ ਕੀਤੀ ਉਹਨੂੰ ਚੋਰ ਕਹਾਂਗੇ, ਉਹਨੂੰ ਕੋਈ ਦੁੱਖ ਨਹੀਂ ਲੱਗਣਾ। ਮੋਦੀ ਨੂੰ ਮੁਰਦਾਬਾਦ ਕਹਿਣ ਦਾ ਕੋਈ ਦੁੱਖ ਨਹੀਂ ਆ। ਕਰੋੜਾਂ ਵਾਰ ਆਪਾਂ ਮੁਰਦਾਬਾਦ ਕਹਿ ਚੁੱਕੇ ਆ। ਅਗਰ ਆਪਾਂ ਕਰੋੜਾਂ ਵਾਰ ਵਾਹਿਗੁਰੂ ਜਪਿਆ ਹੁੰਦਾ ਤਾਂ ਕਿੰਨਾ ਵਧੀਆ ਰਿਜ਼ਲਟ ਨਿਕਲਣਾ ਸੀਗਾ। ਚਲੋ ਠੀਕ ਹੈ, ਬਿੱਲ ਰੱਦ ਤਾਂ ਹੋ ਜਾਣਗੇ, ਅਸੀਂ ਕਰਾ ਕੇ ਛੱਡਾਂਗੇ, ਪਰ ਗਲੋਬਲ ਵਾਰਮਿੰਗ ਨੂੰ ਕਿਵੇਂ ਰੋਕਾਂਗੇ? ਇਟਲੀ ਦੇ ਅੰਦਰ ਫੇਰ ਜਵਾਲਾਮੁਖੀ ਫਟਿਆ ਆ, ਉਹਨੂੰ ਕਿਵੇਂ ਰੋਕਾਂਗੇ? ਆ ਫਸਲਾਂ ਜਿਹੜੀਆਂ ਬਰਬਾਦ ਹੁੰਦੀਆਂ ਜਾ ਰਹੀਆਂ ਨੇ, ਧਰਤੀ ਦੇ ਉੱਪਰ ਗਲੋਬਲ ਵਾਰਮਿੰਗ ਵੱਧ ਚੁੱਕੀ ਆ। ਆ ਗਰਮੀ ਇੰਨੀ ਵੱਧ ਜਾਏਗੀ ਤਾਂ ਬਹੁਤ ਬੁਰਾ ਹਾਲ ਹੋ ਜਾਊਗਾ। ਭਵਿੱਖ ਪੁਰਾਣ 'ਚ ਇਹ ਵੀ ਲਿਖਿਆ ਹੋਇਆ ਕਿ ਸਮੁੰਦਰ ਦੇ ਅੰਦਰ, ਸਮੁੰਦਰ ਇੰਨਾ ਉੱਬਲ ਜਾਏਗਾ ਕਿ ਜਿਹੜੀ ਮੱਛਲੀਆਂ ਉਹ ਬਾਹਰ ਆ ਕੇ ਗਿਰਨਗੇ, ਲਿਖਿਆ ਹੋਇਆ ਹੈ। ਤੇ ਭਵਿੱਖ ਪੁਰਾਣ 'ਚ ਇਹ ਵੀ ਲਿਖਿਆ ਹੋਇਆ ਸੀਗਾ ਕਿ ਬੇਦੀ ਕੁਲ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਆਣਗੇ ਤੇ ਉਹਨਾਂ ਦੀ 10 ਗੱਦੀਆਂ ਚੱਲਣਗੇ ਤੇ 11ਵਾਂ ਜਿਹੜਾ ਗੁਰੂ ਹੋਏਗਾ ਉਹ ਮੋਨੀ ਹੋਏਗਾ। ਤੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੋਨੀ ਨੇ, ਉਹਨਾਂ ਨਾਲ ਗੱਲ ਕਰੋਗੇ ਤਾਂ ਹੀ ਉਹ ਜਵਾਬ ਦਿੰਦੇ ਨੇ, ਫਾਲਤੂ ਨਹੀਂ ਬੋਲਦੇ ਹੋ। ਸੋ ਇਸ ਕਰਕੇ ਜੋ ਗ੍ਰੰਥਾਂ 'ਚ, ਵੇਦਾਂ 'ਚ ਕਪਲ ਮੁਨੀ ਨੇ ਆਪਣਾ, ਜੋ ਰਿਸ਼ੀ ਹੋਏ ਨੇ, ਵੇਦ ਵਿਆਸ ਜੀ ਹੋਏ, ਜੋ ਇਹਨਾਂ ਨੇ ਲਿਖਿਆ, ਜੋ ਸੱਚ ਹੁੰਦਾ ਜਾ ਰਿਹਾ ਹੈ। ਸੋ ਇਸ ਕਰਕੇ ਆਪਾਂ ਨੂੰ ਪੁਰਾਤਨ ਚੀਜ਼ਾਂ ਨਾਲ ਜ਼ਿਆਦਾ ਜੁੜਨਾ ਚਾਹੀਦਾ। ਇਹ ਜਿਹੜਾ ਤੀਰ ਹੈ, ਇਹ ਮੇਰੇ ਕੋਲ ਜਿਹੜਾ 9 ਟੰਕਾਰ ਦਾ ਤੀਰ ਹੈ, ਉਹ 2 ਕਿਲੋਮੀਟਰ ਤੀਰ ਤੇ ਵਾਰ ਕਰਦਾ ਆ। 100 ਮੀਟਰ ਦੇ ਵਾਰ ਇਹਦਾ ਬੜਾ ਸਟੀਕ ਹੈ। ਕਦੇ ਪ੍ਰੈਕਟੀਕਲ ਤੁਹਾਨੂੰ ਮੈਂ ਵੀਡੀਓ ਦਿਖਾਵਾਂਗਾ, ਇਹਦਾ ਬੜਾ ਵਧੀਆ ਨਜ਼ਾਰਾ ਹੈ। 3&3 ਨੂੰ ਇਹ ਕਵਰ ਕਰ ਸਕਦਾ ਹੈ। ਇਹ ਕਵਚ ਜਿਹੜਾ ਹੈ, ਇਹ 3&3 ਦੀ ਗੋਲੀ ਨੂੰ 100 ਮੀਟਰ ਤੋਂ ਰੋਕ ਸਕਦਾ ਹੈ। ਨੇੜੇ ਤੇ ਗੋਲੀ ਅੰਦਰ ਜਾ ਸਕਦੀ ਹੈ। ਪਲਾਸਟਿਕ ਦੀ ਗੋਲੀ ਹੋ ਗਿਆ ਜਾਂ ਕੋਈ ਛੋਟਾ ਮੋਟਾ ਬੰਬ ਹੋ ਗਿਆ ਜਾਂ ਪੱਥਰ ਹੋ ਗਿਆ, ਨਹੀਂ ਬਹੁਤ ਵਧੀਆ ਕਵਚ ਰੋਕ ਸਕਦਾ ਹੈ। ਤੇ ਮੈਂ ਸਾਰੇ ਨੌਜਵਾਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਆ, ਤੁਸੀਂ ਯੋਧੇ ਹੋ, ਸੂਰਮਿਆਂ ਦੀ ਕੌਮ। ਬਾਪੂ ਜਿਹੜਾ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਗੁਰੂ ਪਿਤਾ, ਉਹਦੇ ਆਪਾਂ ਵੰਸ਼ਜ ਹੈ। ਆਪਣੇ ਆਪ ਨੂੰ ਸੰਭਾਲੀਏ, ਬਾਪੂ ਵਰਗੇ ਬਣੀਏ, ਬਸ ਉਹਦੇ ਵਿੱਚ ਫਾਇਦਾ ਸਾਨੂੰ। ਠੀਕ ਹੈ ਖਾਲਸਾ ਜੀ। ਬਹੁਤ ਬਹੁਤ ਧੰਨਵਾਦ ਜੀ। ਖਾਲਸਾ ਜੀ ਨੇ ਬਹੁਤ ਡੂੰਘੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਨੇ। ਤੁਹਾਨੂੰ ਇਹ ਗੱਲਾਂ ਕਿਵੇਂ ਲੱਗੀਆਂ? ਕੀ ਤੁਸੀਂ ਇਹਨਾਂ ਗੱਲਾਂ ਨਾਲ ਸਹਿਮਤ ਹੋ? ਆਪਣੇ ਵਿਚਾਰ ਜਿਹੜੇ ਕਮੈਂਟ ਬਾਕਸ ਵਿੱਚ ਜ਼ਰੂਰ ਦੇਣੇ। ਇਸ ਵਕਤ ਮੈਂ ਰਾਜਵਿੰਦਰ ਭੁੱਲਰ ਆਪਣੇ ਕੈਮਰਾਮੈਨ ਸਾਥੀ ਪੰਕੇ ਦੇ ਨਾਲ ਸਿੰਘੂ ਬਾਰਡਰ ਤੋਂ ਲੈਣਾ ਆ ਗਿਆ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।